ਹੈਲੋ ਬੱਚਿਓ, ਮੈਂ ਸਿਮਰਨਜੀਤ ਸਿੰਘ ਆਨਲਾਈਨ ਚੈਨਲ ਐਜੂਕੇਸੀ ਵਿੱਚ ਤੁਹਾਡੇ ਸਾਰਿਆਂ ਦਾ ਫਿਰ ਤੋਂ ਸਵਾਗਤ ਕਰਦਾ ਹਾਂ। ਹੁਣ ਤੱਕ ਆਪਾਂ 5ਵੀਂ ਜਮਾਤ ਦਾ ਗਣਿਤ ਵਿਸ਼ੇ ਦਾ ਪਹਿਲੀਆਂ 2 ਅਧਿਆਏ ਕਰ ਚੁੱਕੇ ਹਾਂ। ਅੱਜ ਆਪਾਂ ਤੀਸਰੇ ਅਧਿਆਏ ਦੇ ਬਾਰੇ ਗੱਲ ਕਰਾਂਗੇ। ਤੀਸਰਾ ਅਧਿਆਏ HCF ਤੇ LCM। ਐਕਸਰਸਾਈਜ਼ 3.1 ਆਪਾਂ ਨੇ ਕਰ ਲਈ ਸੀ। 3.2 ਅੱਜ ਆਪਾਂ ਸ਼ੁਰੂ ਕਰਾਂਗੇ। ਐਕਸਰਸਾਈਜ਼ 3.2 ਦੇ ਵਿੱਚ ਆਪਣੇ ਕੋਲੇ 8 ਸਵਾਲ ਹਨ। ਮੈਂ 8 ਸਵਾਲ ਆਪਣੇ ਜਿਹੜੇ ਟੋਟਲ ਸਵਾਲ ਇਸ ਐਕਸਰਸਾਈਜ਼ ਦੇ ਵਿੱਚ 8 ਸਵਾਲ ਹਨ। ਪਹਿਲਾ ਸਵਾਲ, ਪਹਿਲੇ ਸਵਾਲ ਦੇ ਵਿੱਚ ਤੁਹਾਡੇ ਤੋਂ ਪੁੱਛਿਆ ਗਿਆ ਹੈ, ਤੁਹਾਨੂੰ ਸੰਖਿਆਵਾਂ ਦਿੱਤੀਆਂ ਗਈਆਂ ਹਨ। ਤੁਹਾਨੂੰ ਪਹਿਲੇ ਪ੍ਰਸ਼ਨ ਦੇ ਵਿੱਚ ਸੰਖਿਆਵਾਂ ਦਿੱਤੀਆਂ ਗਈਆਂ ਹਨ। ਪਹਿਲੀ ਆਪਾਂ ਇੱਕ ਉਦਾਹਰਨ ਕਰਦੇ ਹਾਂ। ਸੰਖਿਆਵਾਂ ਦੇ ਵਿੱਚੋਂ ਅਸੀਂ ਅਭਾਜ ਸੰਖਿਆਵਾਂ ਦੇਖਣੀਆਂ ਹਨ। ਬੱਚਿਓ, ਅਭਾਜ ਸੰਖਿਆਵਾਂ ਆਪਾਂ ਦੇਖੀਆਂ ਸੀ, ਕਿਹੜੀਆਂ ਹੁੰਦੀਆਂ ਨੇ ਅਭਾਜ ਸੰਖਿਆਵਾਂ? ਜਿਹੜੀਆਂ ਕਿਸੇ ਵੀ ਪਹਾੜੇ ਦੇ ਉੱਤੇ ਨਹੀਂ ਜਾਂਦੀਆਂ, ਜਿਹੜੀਆਂ ਕਿਸੇ ਵੀ ਪਹਾੜੇ ਦੇ ਉੱਤੇ ਨਹੀਂ ਜਾਂਦੀਆਂ, ਉਹਨਾਂ ਸੰਖਿਆਵਾਂ ਨੂੰ ਆਪਾਂ ਕੀ ਕਹਿੰਦੇ ਸੀ? ਅਭਾਜ ਸੰਖਿਆਵਾਂ, ਜੋ ਕਿਸੇ ਵੀ ਸੰਖਿਆ ਤੇ ਭਾਗ ਨਹੀਂ ਹੁੰਦੀਆਂ। ਬੱਚਿਓ ਦੇਖੋ, ਪਹਿਲੇ ਸਵਾਲ ਦੇ ਵਿੱਚ ਆਪਣੇ ਕੋਲੇ ਪਹਿਲਾ ਜੋ ਸਵਾਲ ਹੈ ਉਸ ਵਿੱਚ ਅਭਾਜ ਸੰਖਿਆਵਾਂ ਬਾਰੇ ਪੁੱਛਿਆ ਹੈ ਕਿ ਕਿਹੜੀਆਂ-ਕਿਹੜੀਆਂ ਅਭਾਜ ਸੰਖਿਆਵਾਂ ਹਨ। ਪਹਿਲਾ ਸਵਾਲ ਦੇਖੋ, ਉਸ ਵਿੱਚ ਹੈ ਇੱਕ, ਪਹਿਲੇ ਸਵਾਲ ਦੇ ਵਿੱਚ ਦੇਖੋ ਦਿੱਤਾ ਹੋਇਆ ਹੈ 1 2 8 5 ਤੇ 7। ਹੁਣ ਬੱਚਿਓ ਆਪਾਂ ਬੜੀ ਹੀ ਆਸਾਨੀ ਨਾਲ ਦੇਖ ਸਕਦੇ ਹਾਂ ਕਿ ਇੱਕ ਆਪਣੇ ਆਪ ਤੋਂ ਇਲਾਵਾ ਕਿਸੇ ਹੋਰ ਪਹਾੜੇ ਵਿੱਚ ਆਉਂਦਾ ਹੈ? ਨਹੀਂ। ਇੱਕ ਸਪੈਸ਼ਲ ਨੰਬਰ ਹੈ 2 ਵੀ ਅਭਾਜ ਸੰਖਿਆ ਹੈ। 3 ਤੀਜੇ ਨੰਬਰ ਤੇ ਕਿਹੜਾ ਹੈ? 8 ਦੋਸਤੋ ਕਿਹੜੀਆਂ ਸੰਖਿਆਵਾਂ ਤੇ ਜਾਂਦਾ ਹੈ? 8 ਨੂੰ ਜਦੋਂ ਆਪਾਂ ਭਾਗ ਕਰਦੇ ਹਾਂ, ਇਹ 2 ਤੇ 4 ਤੇ ਅਤੇ 8 ਖੁਦ ਤੇ, ਯਾਨੀ ਇਹਨਾਂ 3 ਸੰਖਿਆਵਾਂ ਤੇ ਇਹ ਭਾਗ ਹੁੰਦਾ ਹੈ। ਜਦੋਂ ਕੋਈ ਸੰਖਿਆ ਦੂਜੀ ਸੰਖਿਆ ਤੇ ਭਾਗ ਹੁੰਦੀ ਹੋਵੇ ਤਾਂ ਉਹ ਭਾਜ ਸੰਖਿਆ ਹੁੰਦੀ ਹੈ, ਨਾ ਕਿ ਅਭਾਜ। ਤਾਂ ਇਸ ਕਰਕੇ ਇਹ ਭਾਜ ਸੰਖਿਆ ਹੋਈ। ਉੱਪਰਲੀਆਂ 2 ਕੀ ਹੋਈਆਂ? ਅਭਾਜ। ਇੱਕ ਨੂੰ ਆਪਾਂ ਸਪੈਸ਼ਲ ਕਰੈਕਟਰ ਮੰਨਦੇ ਹਾਂ, ਇੱਕ ਨੂੰ ਆਪਾਂ ਸਪੈਸ਼ਲ ਨੰਬਰ ਮੰਨਦੇ ਹਾਂ, ਤਾਂ ਇੱਕ ਨੂੰ ਵੀ ਆਪਾਂ ਅਭਾਜ ਸੰਖਿਆ ਨਹੀਂ ਮੰਨਾਂਗੇ। ਸਭ ਤੋਂ ਛੋਟੀ ਅਭਾਜ ਸੰਖਿਆ ਆਪਾਂ ਪਿਛਲੇ ਅਧਿਆਇ ਵਿੱਚ ਪੜ੍ਹਿਆ ਹੈ 2 ਹੈ। ਤੇ ਉਸ ਤੋਂ ਬਾਅਦ ਚੌਥੀ ਰਕਮ ਆਪਣੇ ਕੋਲ 5 ਹੈ। 5 ਵੀ ਆਪਣੇ ਆਪ ਤੋਂ ਇਲਾਵਾ ਕਿਸੇ ਵੀ ਪਹਾੜੇ ਦੇ ਉੱਤੇ ਨਹੀਂ ਜਾਂਦੀ। ਇਸ ਕਰਕੇ 5 ਨੂੰ ਵੀ ਆਪਾਂ ਕੀ ਕਹਾਂਗੇ? ਅਭਾਜ ਸੰਖਿਆ। ਕੀ ਕਹਾਂਗੇ? ਅਭਾਜ ਸੰਖਿਆ। 7 ਵੀ ਕਿਸੇ ਪਹਾੜੇ ਤੇ ਨਹੀਂ ਜਾਂਦਾ, 7 ਨੂੰ ਵੀ ਆਪਾਂ ਅਭਾਜ ਸੰਖਿਆ ਆਖਾਂਗੇ। ਤਾਂ ਆਪਾਂ ਦੇਖਿਆ ਕਿ ਇਸ ਸਵਾਲ ਦੇ ਵਿੱਚ ਕਿੰਨੀਆਂ ਅਭਾਜ ਸੰਖਿਆਵਾਂ ਹਨ? 1 2 ਤੇ 3। ਕਿਹੜੀਆਂ? 2 5 ਤੇ 7। 2 5 ਤੇ 7, ਇਹ 3 ਸੰਖਿਆਵਾਂ ਕਿਹੜੀਆਂ ਹਨ? ਅਭਾਜ ਸੰਖਿਆਵਾਂ। ਥੈਂਕ ਯੂ। ਬੱਚਿਓ, ਇਸੇ ਤਰ੍ਹਾਂ ਹੀ ਆਪਾਂ ਦੂਸਰਾ ਸਵਾਲ ਕਰਾਂਗੇ। ਜਿਸ ਤਰ੍ਹਾਂ ਪਹਿਲੇ ਸਵਾਲ ਦੇ ਵਿੱਚ ਅਭਾਜ ਸੰਖਿਆਵਾਂ ਬਾਰੇ ਪੁੱਛਿਆ ਗਿਆ ਸੀ ਕਿ ਕਿਹੜੀਆਂ ਸੰਖਿਆ ਅਭਾਜ ਹੁੰਦੀਆਂ ਹਨ, ਇਸ ਸਵਾਲ ਦੇ ਵਿੱਚ ਸਾਡੇ ਤੋਂ ਭਾਜ ਸੰਖਿਆ ਬਾਰੇ ਪੁੱਛਿਆ ਗਿਆ ਹੈ। ਭਾਜ ਸੰਖਿਆ ਕੀ ਹੋਈ? ਅਭਾਜ ਦੀ ਆਪੋਜ਼ਿਟ, ਯਾਨੀ ਉਲਟ। ਜਿਹੜੀ ਸੰਖਿਆ ਕਿਸੇ ਸੰਖਿਆ ਤੇ ਭਾਜ ਹੋ ਜਾਵੇ ਉਹ ਕੀ ਹੁੰਦੀ ਹੈ? ਭਾਜ ਸੰਖਿਆ। ਤਾਂ ਪਹਿਲੇ ਸਵਾਲ ਦੇ ਵਿੱਚ ਜਿਸ ਤਰ੍ਹਾਂ ਆਪਾਂ ਨੇ ਅਭਾਜ ਸੰਖਿਆ ਦੀ ਗੱਲ ਕਰੀ ਸੀ, ਹੁਣ ਆਪਾਂ ਅਭਾਜ ਸੰਖਿਆ ਦੀ ਗੱਲ ਕਰਾਂਗੇ। ਭਾਜ ਸੰਖਿਆ ਦੀ। ਭਾਜ ਸੰਖਿਆ ਆਪਾਂ ਨੂੰ ਪਤਾ ਹੈ ਜਿਹੜੀ ਸੰਖਿਆ ਕਿਸੇ ਤੇ ਭਾਗ ਹੁੰਦੀ ਹੈ। ਤਾਂ ਦੂਸਰੇ ਸਵਾਲ ਦੇ ਵਿੱਚ ਤੁਸੀਂ ਨੇ ਭਾਜ ਸੰਖਿਆਵਾਂ ਜਿਹੜੀਆਂ ਹਨ ਉਹ ਲਿਖ ਦੇਣੀਆਂ ਹਨ। ਜਿਵੇਂ ਸਾਡੇ ਕੋਲ ਇੱਕ ਸਵਾਲ ਹੈ 10 25 5 7 9। ਸਵਾਲ ਆਪਾਂ ਦੁਬਾਰਾ ਦੇਖ ਲੈਂਦੇ ਹਾਂ।
हाँ, सवाल है 10 25 5 7 9। ਹੁਣ ਇਹਨਾਂ ਵਿੱਚੋਂ ਅਸੀਂ ਨੇ ਭਾਜ ਸੰख्या पता करनी है। बच्चों, भाज संख्या मैं थोनों पहला दसिया है, जो संख्या किसी संख्या ते भाज हो जाए उसनों भाज संख्या कहते हैं। तो 10 जो है 2 ते भी भाज हुंदा है, 5 ते भी। तो ਇਹਦਾ मतलब यह संख्या भाज संख्या है, यह संख्या भाज संख्या है। 25 5 ते भी भाज हुंदा है, 25 ते भी। यानी जो संख्या खुद तो इलावा किसी होर संख्या ते भाज हुंदी है उसनों भाज संख्या कहते हैं ना। पहला आपां ने पढ़िया है इस बारी। तो 25 भी की होया भाज संख्या। 5 या तो 1 ते भाग हुंदा है या 5 ते। तो जो रकम अपने आप नाल या 1 ते भाज हुंदी होवे ओह अभाज संख्या हुंदी है। यानी कि ओह संख्या किसी भी संख्या ते भाज नहीं हुंदी, उसनूं अभाज है। तो यह की होया साडे कोले अभाज संख्या। पहली भी भाज, दूसरी भी भाज, तीजी अभाज, 7 भी किसी पहाड़े ते नहीं जाता, इसलिए 7 भी की होया अभाज। 9 3 ते जाता है, 3 तिया 9, तो यह की होया भाज संख्या। तो बड़ा ही आसान सवाल है बच्चों, जो संख्या किसी होर संख्या ते भाग हुंदी होवे उसनूं भाज संख्या कहते हैं। जिस तरह दूसरे सवाल दे विच यह सवाल है 10 25 5 7 9। तो इन्हां विच किहड़ियां संख्यावां भाज संख्या होईयां? 10 25 अते 9। इस तरह ही आपां तीसरा सवाल देखते हाँ। तीसरा सवाल, तीसरे सवाल दे विच सानूं गुणनखंड विधि राही मम्मा सस्सा वावा कढ़ण बारे पूछा गया है। मम्मा सस्सा वावा यानी कि HCF। मम्मा सस्सा वावा। तो मम्मा गुणनखंड विधि राही आपां मम्मा सस्सा वावा पहला उदाहरण दे विच सिੱਖਿਆ सी ना। तो आपां इस सवाल दा कोई एक सवाल करके देखते हाँ। पहला सवाल साडे कोले है 18 अते 27। बच्चों 18 दे गुणनखंड किहड़े होणगे? 18 देखो पहला सब तो पहला किहड़ी रकम ते जांदा है? 3 ते। किस ते जांदा है? 3 ते। फिर 4 ते नहीं जांदा, 5 ते नहीं, 6 ते। 6 तो बाद 9 ते, 9 दूनी 18। फिर यह जाता है 18 ते। यानी 18 दे साडे कोले जो गुणनखंड आए वो आए 3 6 9 ते 18। इस तरह ही 27 दे गुणनखंड साडे कोले की आउणगे? 27 देखो सब तो पहला 1 ते जाता है, 1 इहदे विच भी आपां लिख देवांगे क्योंकि 1 सारियां दा ही गुणनखंड हुंदा है। 1 ते जाता है, 2 ते नहीं जाता, 3 ते जाता है, 9 तिया 27, 9 तिया 27। तो उस तो बाद 4 ते नहीं, 5 6 7 8 9, 9 तिया फिर 27। तो 9 तो बाद यह सीधा किस ते जाएगा? 27 ते। बच्चों मम्मा सस्सा वावा यानी कि HCF दे विच आपां ने देखिया सी HCF वो रकम हुंदी है जो किसी दो संख्यावां दा वड्डे तो वड्डा गुणनखंड होवे। हुण देखो 3 भी साझा है, वड्डे तो वड्डा साझा गुणनखंड। 3 भी साझा है परंतु 3 तो बाद कोई यह जी संख्या है जो साझी है? हाँ 9। केड़ी है? 9 जो दोहां दे विच साझी है। तो इसलिए असीं की देखिया जो 9 है वो मम्मा सस्सा वावा है। 9 की है? HCF। सो बड़े ही आसानी नाल आपां ने सवाल कढ़िया। दो संख्यावां दे गुणनखंड कीते, वड्डे तो वड्डा गुणनखंड जो है वो की होवेगा? HCF। की होवेगा? HCF। बच्चों अगला सवाल है
ਅਪਾਜ ਗੁਣਨਖੰਡ ਰਾਹੀਂ ਮੰਮਾ ਸੱਸਾ ਵਾਵਾ ਪਤਾ ਕਰੋ। ਅਪਾਜ ਗੁਣਨਖੰਡ ਆਪਾਂ ਨੇ ਸਿੱਖੇ ਸੀ। ਆਪਾਂ ਚੌਥੇ ਸਵਾਲ ਦਾ ਪਹਿਲਾ ਸਵਾਲ ਕਰਕੇ ਦੇਖਦੇ ਹਾਂ। ਅਪਾਜ ਗੁਣਨਖੰਡ ਰਾਹੀਂ ਚੌਥਾ ਸਵਾਲ ਹੈ ਗੁਣਨਖੰਡ ਰਾਹੀਂ ਮੰਮਾ ਸੱਸਾ ਵਾਵਾ ਪਤਾ ਕਰੋ। ਇਸ ਵਿੱਚ ਪਹਿਲੇ ਸਵਾਲ ਦੀ ਤਰ੍ਹਾਂ ਹੀ ਤੀਜੇ ਸਵਾਲ ਦੀ ਤਰ੍ਹਾਂ ਹੀ ਹੈ, ਪਰੰਤੂ ਇਸ ਵਿੱਚ 3 ਰਕਮਾਂ ਹਨ। ਚੌਥੇ ਸਵਾਲ ਵਿੱਚ 3 ਰਕਮਾਂ ਵਾਲੇ ਸਵਾਲ ਹਨ, ਤੀਜੇ ਸਵਾਲ ਵਿੱਚ 2 ਰਕਮਾਂ ਵਾਲੇ। ਕਰਨੇ ਇਹ ਦੋਨੋਂ ਹੀ ਗੁਣਨਖੰਡ ਵਿਧੀ ਰਾਹੀਂ ਹਨ। ਕਰਨੇ ਆਪਾਂ ਨੇ ਦੋਹੇ ਇਹ ਗੁਣਨਖੰਡ ਵਿਧੀ ਰਾਹੀਂ ਹਨ। ਆਪਾਂ ਇੱਕ ਸਵਾਲ ਕਰਕੇ ਦੇਖਦੇ ਹਾਂ। ਚੌਥੇ ਸਵਾਲ ਵਿੱਚ 30 50 ਤੇ 70। ਬੱਚਿਓ 3 ਰਕਮਾਂ ਹਨ। ਪਹਿਲਾਂ 2 ਰਕਮਾਂ ਵਾਲੇ ਸਵਾਲ ਕੀਤੇ ਸੀ ਨਾ, ਹੁਣ 3 ਰਕਮਾਂ। ਇਸ ਦੇ ਗੁਣਨਖੰਡ ਕੀ ਹਨ? ਕਿੰਨੇ ਤੇ ਜਾਂਦਾ ਹੈ ਇਹ? 1 ਤੇ 2 ਤੇ 3 ਤੇ 10 ਤੇ ਅਤੇ ਆਪਣੇ ਆਪ ਤੇ ਵੀ ਜਾਂਦਾ ਹੈ। ਇਹ ਜਾਂਦਾ ਹੈ 1 ਤੇ 2 ਤੇ 4 ਤੇ ਜਾਂਦਾ ਹੈ, ਨਹੀਂ 5 ਤੇ, ਹਾਂਜੀ 5 10 50, ਫਿਰ 10 ਤੇ, ਫਿਰ 50। 70 ਦੇਖੋ ਬੱਚਿਓ 1 ਤੇ ਜਾਂਦਾ ਹੈ, 2 ਤੇ, ਉਸ ਤੋਂ ਬਾਅਦ 3 ਤੇ ਨਹੀਂ, 4 ਤੇ ਨਹੀਂ, 5 ਤੇ, ਹਾਂਜੀ 6 7 7 10 70। ਉਸ ਤੋਂ ਬਾਅਦ ਇਹ ਜਾਂਦਾ ਹੈ 10 ਤੇ, ਫਿਰ 70 ਤੇ। ਹੁਣ ਬੱਚਿਓ HCF ਯਾਨੀ ਕਿ ਵੱਡੇ ਤੋਂ ਵੱਡਾ ਸਾਂਝਾ ਗੁਣਨਖੰਡ। ਇੱਥੇ ਦੇਖੋ ਵੱਡੇ ਤੋਂ ਵੱਡਾ ਸਾਂਝਾ ਗੁਣਨਖੰਡ ਦੇਖੋ ਕੀ ਦਿਖ ਰਿਹਾ ਹੈ? ਇਹ ਹੈ 10। ਕੀ ਹੈ? 10। ਤਾਂ ਵੱਡੇ ਤੋਂ ਵੱਡਾ ਸਾਂਝਾ ਗੁਣਨਖੰਡ ਸਾਨੂੰ ਕੀ ਦਿਖਿਆ? 10। ਕਿਉਂਕਿ 3 5 ਉਸ ਤੋਂ ਛੋਟਾ 2 ਹੈ, ਪਰ ਆਪਾਂ ਨੇ ਵੱਡੇ ਤੋਂ ਵੱਡਾ ਸਾਂਝਾ ਗੁਣਨਖੰਡ ਦੇਖਣਾ ਹੈ, ਜੋ ਕਿ ਸਾਡਾ ਕੀ ਆਵੇਗਾ? HCF। ਇਹ ਆਵੇਗਾ HCF। ਬੱਚਿਓ ਇਸੇ ਤਰ੍ਹਾਂ ਆਪਾਂ ਪੰਜਵਾਂ ਸਵਾਲ ਦੇਖਦੇ ਹਾਂ। ਪੰਜਵੇਂ ਸਵਾਲ ਦੇ ਵਿੱਚ ਅਸੀਂ ਅਭਾਜ ਗੁਣਨਖੰਡ ਵਿਧੀ ਰਾਹੀਂ ਸਵਾਲ ਕਰਨਾ ਹੈ। ਅਭਾਜ ਗੁਣਨਖੰਡ ਵਿਧੀ ਕੀ ਹੁੰਦੀ ਹੈ? ਅਭਾਜ ਗੁਣਨਖੰਡ ਵਿਧੀ ਦੇ ਵਿੱਚ ਆਪਾਂ ਅਭਾਜ ਗੁਣਨਖੰਡ ਕਰਨੇ ਹਨ ਦੋਨਾਂ ਸੰਖਿਆਵਾਂ ਦੇ। ਆਓ ਪਹਿਲਾ ਸਵਾਲ ਦੇਖਦੇ ਹਾਂ। ਪਹਿਲਾ ਸਵਾਲ ਹੈ 42 ਅਤੇ 42 ਤੇ ਦੂਸਰਾ ਕੀ ਹੈ? 84। ਪਹਿਲੀ ਸੰਖਿਆ 42 ਹੈ ਅਤੇ ਦੂਸਰੀ ਕੀ ਹੈ? 84। ਅਭਾਜ ਗੁਣਨਖੰਡ ਜਦੋਂ ਆਪਾਂ 42 ਦੇ ਕਰਾਂਗੇ 2 21 ਦੂਣਾ 42, 3 ਤੇ ਗਿਆ, 7 ਤੀਆ 21, ਤਾਂ ਇਹ ਸਾਡੇ ਕੋਲੇ ਕੀ ਆਇਆ? 7 ਏਕਮ 7। ਤਾਂ ਇਸ ਦੇ ਅਭਾਜ ਗੁਣਨਖੰਡ ਕੀ ਆਏ? 2 ਗੁਣਾ 3 ਗੁਣਾ 7। ਤਾਂ ਸਾਡੇ ਕੋਲੇ ਅਭਾਜ ਗੁਣਨਖੰਡ ਕੀ ਆਏ? 2 ਗੁਣਾ 3 ਗੁਣਾ 7। ਇਸੇ ਤਰ੍ਹਾਂ ਹੀ ਆਪਾਂ ਜਦੋਂ 84 ਦਾ ਗੁਣਨਖੰਡ ਕਰਾਂਗੇ, ਅਭਾਜ ਗੁਣਨਖੰਡ ਇਹ ਕਿਸ ਤੇ ਜਾਏਗਾ? 42 ਤੇ, ਫਿਰ 2 ਤੇ, 21, ਫਿਰ 3 ਤੇ, 7 ਏਕਮ 7। ਤਾਂ ਇਸ ਦੇ ਅਭਾਜ ਗੁਣਨਖੰਡ ਕੀ ਆਏ? 2 ਗੁਣਾ 2 ਗੁਣਾ 3 ਗੁਣਾ 7। ਇਸ ਦੇ ਅਭਾਜ ਗੁਣਨਖੰਡ ਕੀ ਆਏ? 2 ਗੁਣਾ 2 ਗੁਣਾ 3 ਗੁਣਾ 7। ਤਾਂ ਅਸੀਂ ਕੀ ਦੇਖਣਾ ਹੈ? ਕਿਹੜੇ ਗੁਣਨਖੰਡ ਇਸ ਦੇ ਸਾਂਝੇ ਹਨ। ਸਾਂਝੇ ਗੁਣਨਖੰਡ ਦੀ ਆਪਾਂ ਗੁਣਾ ਕਰਨੀ ਹੈ। ਸਾਂਝੇ ਗੁਣਨਖੰਡ ਕਿਹੜੇ ਹਨ? ਪਹਿਲਾਂ 2 ਸਾਂਝਾ ਹੈ, ਇੱਕ ਪਹਿਲਾਂ 2 ਸਾਂਝਾ ਹੈ, ਫਿਰ ਉਸ ਤੋਂ ਬਾਅਦ ਇੱਕ 3 ਅਤੇ ਫਿਰ 7। यानी कि साडे कोले उत्तर की आया 3 गुणा 2 6 6 7 42। तो साडे कोले उत्तर की आ गया 42। तो HCF की होया दोनों रकमां दा
42। ਪਹਿਲੀ ਰਕਮ ਦੇ ਗੁਣਨਖੰਡ ਕੀਤੇ ਅਭਾਜ ਗੁਣਨਖੰਡ, ਦੂਸਰੀ ਰਕਮ ਦੇ ਅਭਾਜ ਗੁਣਨਖੰਡ ਕੀਤੇ। ਦੋਨਾਂ ਸੰਖਿਆਵਾਂ ਚੋਂ ਜਿਹੜੀਆਂ ਸੰਖਿਆਵਾਂ ਸਾਂਝੀਆਂ ਹੋਈਆਂ ਉਹਨਾਂ ਸੰਖਿਆਵਾਂ ਦੇ ਗੁਣਨਫਲ ਨੂੰ ਆਪਾਂ ਕੀ ਕਹਾਂਗੇ? HCF। ਕੀ ਕਹਾਂਗੇ? HCF। ਬੱਚਿਓ ਹੁਣ ਆਪਾਂ ਭਾਗ ਵਿਧੀ ਰਾਹੀਂ ਮੰਮਾ ਸੱਸਾ ਵਾਵਾ ਯਾਨੀ ਕਿ HCF ਪਤਾ ਕਰਾਂਗੇ। ਭਾਗ ਵਿਧੀ ਦੇ ਰਾਹੀਂ ਜਿਹੜਾ 6ਵਾਂ ਸਵਾਲ ਹੈ ਇਸ ਵਿੱਚ ਆਪਾਂ ਨੇ ਭਾਗ ਵਿਧੀ ਰਾਹੀਂ ਸਵਾਲ ਕਰਨਾ ਹੈ। ਭਾਗ ਵਿਧੀ ਰਾਹੀਂ ਮੰਮਾ ਸੱਸਾ ਵਾਵਾ ਪਤਾ ਕਰਨਾ ਹੈ। ਪਹਿਲੇ ਸਵਾਲ ਵਿੱਚ ਦੇਖੋ ਸਾਡੇ ਕੋਲੇ 3 ਰਕਮਾਂ ਵਾਲਾ ਸਵਾਲ ਹੀ ਆਪਾਂ ਕਰਕੇ ਦੇਖਦੇ ਹਾਂ। 6ਵੇਂ ਸਵਾਲ ਦਾ ਤੀਸਰਾ ਸਵਾਲ, 6ਵੇਂ ਪ੍ਰਸ਼ਨ ਦਾ ਤੀਸਰਾ ਸਵਾਲ ਦੇਖੋ 12, 18 ਅਤੇ 64। ਪਹਿਲਾਂ ਇਹ ਤਰਤੀਬਵਾਰ ਲਿਖ ਲੈਣੀ ਹੈ ਸੰਖਿਆ। ਪਹਿਲੀ ਸੰਖਿਆ ਨੂੰ ਆਪਾਂ ਨੇ 12 ਨੂੰ 18 ਤੇ ਭਾਗ ਕਰਕੇ ਦੇਖਣਾ ਹੈ। ਇਹ ਕਿੰਨੇ ਤੇ ਗਿਆ? 1 ਤੇ। ਨੀਚੇ ਆ ਗਿਆ 12। 18 ਚੋਂ 8 ਚੋਂ 2 ਗਏ 6। ਤਾਂ ਹੁਣ ਜਿਹੜੀ ਸੰਖਿਆ ਬਾਕੀ ਬਚੀ, ਜਿਹੜੀ ਸੰਖਿਆ ਬਾਕੀ ਬਚੀ ਉਹ ਸੰਖਿਆ ਕੀ ਬਣ ਜਾਵੇਗੀ? ਉਹ ਸੰਖਿਆ ਕੀ ਬਣ ਜਾਵੇਗੀ? ਭਾਜਕ। ਤਾਂ ਜੋ ਸੰਖਿਆ ਪਹਿਲਾ ਭਾਜਕ ਸੀ ਉਹ ਕੀ ਬਣ ਜਾਵੇਗੀ? ਭਾਜ। ਤਾਂ ਇਹ ਕਿੰਨਾ ਆ ਗਿਆ? 6 ਦੂਣੀ 12। ਤਾਂ ਅਸੀਂ ਦੇਖਿਆ ਕਿ 12 ਤੇ 18 ਦੇ ਵਿੱਚ ਜੋ ਮੰਮਾ ਸੱਸਾ ਵਾਵਾ ਉਹ ਕੀ ਆਇਆ? ਇਹਨਾਂ ਦੋਹਾਂ ਸੰਖਿਆ ਦਾ ਮੰਮਾ ਸੱਸਾ ਵਾਵਾ ਕੀ ਆਇਆ? 6। ਕੀ ਆਇਆ? 6। ਜੋ ਭਾਜਕ ਭਾਜ ਨਾਲ ਭਾਗ ਕਰਨ ਤੇ ਪੂਰਾ ਪੂਰਾ ਕੱਟ ਜਾਵੇਗਾ ਉਹ ਕੀ ਆ ਜਾਵੇਗਾ? ਮੰਮਾ ਸੱਸਾ ਵਾਵਾ। ਹੁਣ ਸਾਡੇ ਕੋਲੇ 2 ਰਕਮਾਂ ਬਚੀਆਂ। ਪਹਿਲੀ ਰਕਮ ਹੈ, ਹੁਣ ਸਾਡੇ ਕੋਲੇ 2 ਰਕਮਾਂ ਬਚੀਆਂ, ਇੱਕ 6 ਅਤੇ ਦੂਸਰੀ 64। ਆਪਾਂ 64 ਨੂੰ 6 ਤੇ ਭਾਗ ਕਰਕੇ ਦੇਖਾਂਗੇ। 10 ਤੇ ਗਿਆ ਕਿੰਨਾ ਆ ਗਿਆ? 60 ਆ ਗਿਆ ਨਾ। ਨੀਚੇ ਕਿੰਨਾ ਆ ਗਿਆ ਬਾਕੀ? 4। ਤਾਂ ਅਸੀਂ ਹੁਣ ਪਹਿਲਾਂ ਦੇਖਿਆ ਸੀ ਕਿ ਜੋ ਬਾਕੀ ਬਚੇਗਾ, ਜੋ ਬਾਕੀ ਬਚੇਗਾ ਉਹ ਕੀ ਆ ਜਾਵੇਗਾ? ਭਾਜ ਬਣ ਜਾਵੇਗਾ। ਕੀ ਬਣ ਜਾਵੇਗਾ? ਭਾਜ ਬਣ ਜਾਵੇਗਾ। ਤਾਂ ਆਪਾਂ ਹੁਣ 4 ਨੂੰ ਭਾਜ ਬਣਾਵਾਂਗੇ ਤੇ ਜੋ ਪਹਿਲਾ ਭਾਜਕ ਸੀ ਉਹ ਹੁਣ ਭਾਜ ਬਣ ਜਾਵੇਗਾ। ਇਹ ਕਿੰਨੇ ਤੇ ਗਿਆ? 1 ਤੇ 2। ਤਾਂ 4 ਏਕਮ 4, ਨੀਚੇ ਆ ਗਿਆ 2। ਫਿਰ ਉੱਪਰ ਜੋ ਉੱਪਰ ਸਾਡੇ ਕੋਲੇ ਭਾਜਕ ਸੀ ਉਹ ਹੁਣ ਸਾਡੇ ਕੋਲੇ ਭਾਜ ਬਣ ਗਿਆ। 2 ਦੂਣੀ 4। ਇਹ ਪੂਰਾ ਪੂਰਾ ਕੱਟ ਗਿਆ। ਤਾਂ ਉੱਤਰ ਕੀ ਆ ਗਿਆ ਦੋਹਾਂ ਦਾ? 2। ਤਾਂ ਸਾਡੇ ਕੋਲੇ ਜਦੋਂ ਅਸੀਂ ਨੇ ਇਹ ਕਿੰਨੇ ਤੇ ਪੂਰਾ ਪੂਰਾ ਕੱਟ ਗਿਆ? 4 ਤੇ। ਤਾਂ ਜਦੋਂ 6 ਤੇ 64 ਦਾ ਆਪਾਂ ਨੇ ਮੰਮਾ ਸੱਸਾ ਵਾਵਾ ਕੱਢ ਕੇ ਦੇਖਿਆ, ਯਾਨੀ ਕਿ ਭਾਗ ਵਿਧੀ ਰਾਹੀਂ ਕਰਕੇ ਦੇਖਿਆ, ਉਹ ਕਿੰਨਾ ਆਇਆ? 2। ਕਿੰਨਾ ਆਇਆ? 2। ਤਾਂ ਇਹਨਾਂ ਤਿੰਨੇ ਰਕਮਾਂ ਦਾ ਜੋ ਸਾਡੇ ਕੋਲੇ ਉੱਤਰ ਆਇਆ, ਤਿੰਨੇ ਰਕਮਾਂ ਦਾ ਪਹਿਲਾਂ 12 ਤੇ 18 ਦਾ ਅਸੀਂ ਕੀਤਾ ਸੀ, ਆ ਗਿਆ ਸੀ 6। ਹੁਣ 6 ਤੇ 64 ਦਾ ਜਦੋਂ ਕੀਤਾ ਭਾਗ ਵਿਧੀ ਰਾਹੀਂ ਤਾਂ ਕਿੰਨਾ ਆ ਗਿਆ? 2। ਕਿੰਨਾ ਆ ਗਿਆ? 2। ਤਾਂ ਸਾਡੇ ਕੋਲੇ ਉੱਤਰ ਕੀ ਹੋਇਆ? 2। ਮੰਮਾ ਸੱਸਾ ਵਾਵਾ ਕੀ ਹੋਇਆ ਸਾਡੇ ਕੋਲੇ? 2। ਬੱਚਿਓ ਹੁਣ ਤੁਸੀਂ 7ਵਾਂ ਸਵਾਲ ਦੇਖੋ ਬੜੇ ਧਿਆਨ ਨਾਲ। 7ਵੇਂ ਸਵਾਲ ਦੇ ਵਿੱਚ ਪੁੱਛਿਆ ਗਿਆ ਹੈ ਕਿ ਉਹ ਵੱਡੀ ਤੋਂ ਵੱਡੀ ਸੰਖਿਆ ਪਤਾ ਕਰੋ। ਉਹ ਵੱਡੀ ਤੋਂ ਵੱਡੀ 7ਵੇਂ ਸਵਾਲ ਦੇ ਵਿੱਚ ਕਿਹਾ ਗਿਆ ਹੈ ਉਹ ਵੱਡੀ ਤੋਂ ਵੱਡੀ ਸੰਖਿਆ ਪਤਾ ਕਰੋ ਜਿਹੜੀ 60, 75 ਅਤੇ 90। 60, 75 ਅਤੇ 90 ਨੂੰ ਪੂਰਾ ਪੂਰਾ ਵੰਡੇ। 7, 75 ਅਤੇ 90 ਨੂੰ ਪੂਰਾ ਪੂਰਾ ਵੰਡੇ। ਤਾਂ ਇੱਥੇ ਆਪਾਂ ਦੇਖਾਂਗੇ
ਜਦੋਂ ਬੱਚਿਓ ਸਾਡੇ ਕੋਲ ਸਵਾਲ ਇਸ ਤਰ੍ਹਾਂ ਆਵੇ ਕਿ ਕੋਈ ਖਾਸ ਵਿਧੀ ਨਾ ਪੁੱਛੀ ਗਈ ਹੋਵੇ, ਸਾਡੇ ਤੋਂ ਕੋਈ ਖਾਸ ਵਿਧੀ ਨਾ ਪੁੱਛੀ ਗਈ ਹੋਵੇ, ਸਾਡੇ ਤੋਂ ਕੇਵਲ ਉੱਤਰ ਮੰਗਿਆ ਗਿਆ ਹੋਵੇ, ਤਾਂ ਅਸੀਂ ਕਿਸੇ ਵੀ ਵਿਧੀ ਰਾਹੀਂ ਉਹ ਸਵਾਲ ਕਰ ਸਕਦੇ ਹਾਂ। ਤਾਂ ਇੱਥੇ ਆਪਾਂ ਅਭਾਜ ਗੁਣਨਖੰਡ ਵਿਧੀ ਰਾਹੀਂ ਸਵਾਲ ਕਰਕੇ ਦੇਖਾਂਗੇ। 60 ਦੇ ਅਭਾਜ ਗੁਣਨਖੰਡ ਕਰਕੇ ਦੇਖਾਂਗੇ। 2 ਤੇ ਗਿਆ 30, ਫਿਰ 2 ਤੇ ਗਿਆ 15, ਫਿਰ 5 ਤੇ ਗਿਆ 3, ਫਿਰ 3 ਤੇ ਗਿਆ 1, ਯਾਨੀ ਕਿ ਸਾਡੇ ਕੋਲ ਕੀ ਆ ਗਏ ਇਹਦੇ ਅਭਾਜ ਗੁਣਨਖੰਡ 2 ਗੁਣਾ 5 ਗੁਣਾ 3, ਇਹ ਆ ਗਏ 2 ਗੁਣਾ 2 ਗੁਣਾ 5 ਗੁਣਾ 3। ਇਸੇ ਤਰ੍ਹਾਂ ਹੀ ਜਦੋਂ ਆਪਾਂ 75 ਦੇ ਅਸੀਂ ਕੀਤੇ 5 ਤੇ ਗਿਆ, ਇਹ ਕਿੰਨੇ ਤੇ ਗਿਆ 15 5 75, ਫਿਰ 5 ਤੇ ਗਿਆ 3, 3 ਤੇ ਗਿਆ 1, ਤਾਂ ਇਸ ਦੇ ਕੀ ਗੁਣਨਖੰਡ ਆਏ ਸਾਡੇ ਕੋਲੇ 5 ਗੁਣਾ 5 ਗੁਣਾ 3, ਕੀ ਗੁਣਨਖੰਡ ਆਏ 5 ਗੁਣਾ 5 ਗੁਣਾ 3। ਜਦੋਂ ਅਸੀਂ 90 ਦੇ ਗੁਣਨਖੰਡ ਬਣਾਏ 2 ਤੇ ਗਿਆ 45, 5 ਤੇ ਗਿਆ 9, 3 ਤੇ ਗਿਆ 3, ਫਿਰ 3 ਤੇ ਗਿਆ 1। 90 ਦੇ ਗੁਣਨਖੰਡ ਕੀ ਆਏ 2 ਗੁਣਾ 5 ਗੁਣਾ 3 ਗੁਣਾ 3। 90 ਦੇ ਗੁਣਨਖੰਡ ਸਾਡੇ ਕੋਲ ਕੀ ਆਏ 2 ਗੁਣਾ 5 ਗੁਣਾ 3 ਗੁਣਾ 3। ਤਾਂ ਅਸੀਂ ਕੀ ਦੇਖਣਾ ਹੈ ਸਾਂਝੇ ਗੁਣਨਖੰਡ। ਸਾਂਝੇ ਗੁਣਨਖੰਡ ਦੇਖੋ 2 60 ਦੇ ਗੁਣਨਖੰਡ ਦੇ ਵਿੱਚ 2 ਹੈ, ਕੀ ਬਾਕੀਆਂ ਕੋਲੇ 2 ਹੈ, ਤਿੰਨਾਂ ਕੋਲੇ ਨਹੀਂ ਹੈ, ਕਿਉਂਕਿ 75 ਦੇ ਗੁਣਨਖੰਡ ਜਦੋਂ ਅਸੀਂ ਕੀਤੇ ਉਸ ਵਿੱਚ 2 ਨਹੀਂ ਸੀ। 5 ਦੇਖੋ ਤਿੰਨਾਂ ਵਿੱਚ ਹੈ, ਜੀ ਹਾਂ ਤਿੰਨਾਂ ਵਿੱਚ 5 ਹੈ, ਤਾਂ 5 ਹੋ ਗਿਆ ਇੱਕ। ਤਾਂ ਉਸ ਤੋਂ ਬਾਅਦ ਦੇਖੋ 3 ਹੈ ਤਿੰਨਾਂ ਵਿੱਚ, 60 ਦੇ ਗੁਣਨਖੰਡ ਵਿੱਚ ਵੀ 3 ਹੈ, 75 ਦੇ ਗੁਣਨਖੰਡ ਵਿੱਚ ਵੀ 3 ਹੈ ਤੇ 90 ਦੇ ਵੀ, ਯਾਨੀ ਸਾਡੇ ਕੋਲੇ ਉੱਤਰ ਕੀ ਆਇਆ 5 ਗੁਣਾ 3 15। ਕੀ ਉੱਤਰ ਆਇਆ 5 ਗੁਣਾ 3 15। ਬੱਚੋ ਇਸੇ ਤਰ੍ਹਾਂ ਹੀ ਦੇਖੋ ਜਦੋਂ ਕੋਈ ਖਾਸ ਵਿਧੀ ਨਾ ਪੁੱਛੀ ਗਈ ਹੋਵੇ ਤਾਂ ਸਭ ਤੋਂ ਆਸਾਨ ਵਿਧੀ ਅਭਾਜ ਗੁਣਨਖੰਡ ਵਿਧੀ ਹੈ, ਜਿਸ ਰਾਹੀਂ ਤੁਸੀਂ ਸਵਾਲ ਕਰ ਸਕਦੇ ਹੋ। ਪਰੰਤੂ ਜੇ ਪੇਪਰ ਦੇ ਵਿੱਚ ਤੁਹਾਨੂੰ ਕਿਸੇ ਖਾਸ ਵਿਧੀ ਬਾਰੇ ਪੁੱਛਿਆ ਗਿਆ ਹੈ ਤਾਂ ਤੁਸੀਂ ਉਸ ਖਾਸ ਵਿਧੀ ਦੀ ਵਰਤੋਂ ਕਰਕੇ ਹੀ ਸਵਾਲ ਦਾ ਉੱਤਰ ਕੱਢਣਾ ਹੈ। ਬੱਚੇ ਹੁਣ ਆਪਾਂ ਅਖੀਰਲਾ ਸਵਾਲ ਕਰਾਂਗੇ। ਸਾਡੇ ਕੋਲੇ 8ਵਾਂ ਸਵਾਲ ਹੈ ਜੋ ਅਖੀਰਲਾ ਸਵਾਲ ਹੈ। 8ਵੇਂ ਸਵਾਲ ਦੇ ਵਿੱਚ ਤੁਹਾਡੇ ਤੋਂ ਪੁੱਛਿਆ ਗਿਆ ਹੈ 3 ਡਰਮ ਹਨ ਸਾਡੇ ਕੋਲੇ। ਪਹਿਲਾ ਡਰਮ 36 ਲੀਟਰ ਦਾ, ਦੂਸਰਾ ਡਰਮ 45 ਲੀਟਰ ਦਾ, ਤੀਸਰਾ ਡਰਮ 72 ਲੀਟਰ ਦਾ। ਬੱਚਿਓ ਉਹ ਕਿਹੜਾ ਵੱਡੇ ਤੋਂ ਵੱਡਾ ਮਾਪ ਹੋਏਗਾ ਜਿਸ ਰਾਹੀਂ ਇਹ ਤਿੰਨੇ ਡਰਮ ਪੂਰੇ ਮਾਪੇ ਜਾਣ। ਸਵਾਲ ਇੱਕ ਵਾਰੀ ਦੁਬਾਰਾ ਪੜੋ। 3 ਡਰਮਾਂ ਵਿੱਚ 36 ਲੀਟਰ 45 ਲੀਟਰ ਅਤੇ 72 ਲੀਟਰ ਦੁੱਧ ਹੈ। ਉਹ ਵੱਡੇ ਤੋਂ ਵੱਡਾ ਬਰਤਨ ਪਤਾ ਕਰੋ, ਉਹ ਵੱਡੇ ਤੋਂ ਵੱਡਾ ਬਰਤਨ ਪਤਾ ਕਰੋ ਜਿਸ ਨਾਲ ਇਹ ਤਿੰਨੇ ਡਰਮ ਪੂਰੇ ਮਾਪੇ ਜਾ ਸਕਣ। ਤਾਂ ਆਪਾਂ ਕੀ ਕਰਾਂਗੇ ਜਦੋਂ ਵੱਡੇ ਤੋਂ ਵੱਡਾ ਡਰਮ ਪਤਾ ਕਰਨਾ ਹੋਵੇ ਅਸੀਂ ਕੀ ਕਰਦੇ ਹਾਂ HCF ਯਾਨੀ ਕਿ ਮੰਮਾ ਸੱਸਾ ਵਾਵਾ। ਜਦੋਂ ਛੋਟੇ ਤੋਂ ਛੋਟੀ ਸੰਖਿਆ ਪਤਾ ਕਰਨੀ ਹੋਵੇ ਉਦੋਂ ਅਸੀਂ ਕੀ ਕਰਦੇ ਹਾਂ LCM। ਤਾਂ ਆਪਾਂ ਇਸ ਦਾ ਕੀ ਕਰਾਂਗੇ HCF ਮੈਂ ਤੁਹਾਨੂੰ ਹੁਣੇ ਪਿੱਛੇ ਦੱਸ ਕੇ ਹਟਿਆ ਹਾਂ। ਜੇ ਤੁਹਾਨੂੰ ਪੇਪਰ ਦੇ ਵਿੱਚ ਕੋਈ ਖਾਸ ਵਿਧੀ ਪੁੱਛੀ ਹੈ ਤਾਂ ਤੁਸੀਂ ਉਹ ਵਿਧੀ ਲਾਉਣੀ ਹੈ, ਅਦਰਵਾਈਜ਼ ਜੋ ਵਿਧੀ ਤੁਹਾਨੂੰ ਆਸਾਨ ਲੱਗਦੀ ਹੈ ਉਹੀ ਵਿਧੀ ਲਾ ਕੇ ਤੁਸੀਂ ਸਵਾਲ ਕੱਢਣਾ ਹੈ। ਆਓ ਆਪਾਂ ਇਸ ਨੂੰ ਅਭਾਜ ਗੁਣਨਖੰਡ ਵਿਧੀ ਰਾਹੀਂ ਕੱਢ ਕੇ ਦੇਖਦੇ ਹਾਂ। 36 ਦੇ ਗੁਣਨਖੰਡ ਬਣਾਵਾਂਗੇ। ਸਭ ਤੋਂ ਪਹਿਲਾਂ 2 ਤੇ ਗਿਆ, ਸਾਡੇ ਕੋਲੇ ਆ ਗਿਆ ਇਹ 18, ਕੀ ਆ ਗਿਆ 18। ਫਿਰ 2 ਤੇ ਗਿਆ, ਸਾਡੇ ਕੋਲੇ ਕੀ ਆ ਗਿਆ 9, ਫਿਰ 3 ਤੇ ਗਿਆ 3। ਇਸ ਦੇ ਗੁਣਨਖੰਡ ਕੀ ਆਏ ਸਾਡੇ ਕੋਲੇ 2 ਗੁਣਾ 2 ਗੁਣਾ 3 ਗੁਣਾ 3। 45 ਦੇ ਗੁਣਨਖੰਡ ਬਣਾਵਾਂਗੇ ਆਪਾਂ 5 ਤੇ ਪਹਿਲਾਂ 3 ਤੇ ਲੈ ਕੇ ਜਾਵਾਂਗੇ। 3 ਤੇ ਜਾ ਕੇ ਕਿੰਨਾ ਆਇਆ 15 3 45, ਫਿਰ 3 ਤੇ ਗਿਆ 5 ਆ ਗਿਆ, ਫਿਰ 5 ਏਕਮ 5। ਇਸ ਦੇ ਗੁਣਨਖੰਡ ਕੀ ਹੋਏ 3 ਗੁਣਾ 3 ਗੁਣਾ 5।
ਇਸੇ ਤਰ੍ਹਾਂ ਹੀ ਆਪਾਂ 72 ਦੇ ਗੁਣਨਖੰਡ ਕਰਾਂਗੇ। 72 ਦੇ ਗੁਣਨਖੰਡ ਜਦੋਂ ਕੀਤੇ, ਪਹਿਲਾਂ 2 ਤੇ ਗਿਆ, 36 ਦੂਣਾ 72। ਉਸ ਤੋਂ ਬਾਅਦ ਪਹਾੜੇ ਬੱਚੇ ਤੁਹਾਨੂੰ ਆਉਣੇ ਚਾਹੀਦੇ ਹਨ, ਤਾਂ ਹੀ ਤੁਸੀਂ ਗੁਣਨਖੰਡ ਵਿਧੀ ਸਹੀ ਤਰੀਕੇ ਨਾਲ ਵਰਤ ਸਕਦੇ ਹੋ। ਫਿਰ 2 ਤੇ ਗਿਆ 18, ਫਿਰ 2 ਤੇ ਗਿਆ 9, ਫਿਰ 3 ਤੇ ਗਿਆ 1, 3 ਤੀਆ 9, ਫਿਰ 3 ਤੇ ਗਿਆ 1। ਇਸ ਦੇ ਗੁਣਨਖੰਡ ਸਾਡੇ ਕੋਲੇ ਕੀ ਆਏ? 2 ਗੁਣਾ 2 ਗੁਣਾ 2 ਗੁਣਾ 3 ਗੁਣਾ 3। ਤਾਂ ਬੱਚਿਓ ਸਾਂਝੇ ਗੁਣਨਖੰਡ ਆਪਾਂ ਦੇਖਾਂਗੇ। ਸਾਂਝੇ ਗੁਣਨਖੰਡ ਦੇਖੋ, ਪਹਿਲਾਂ ਤਿੰਨਾਂ ਵਿੱਚ 2 ਹੈ। ਦੇਖੋ ਇੱਧਰ ਪਹਿਲੇ ਦੇ ਵਿੱਚ ਗੁਣਨਖੰਡ ਕੀ ਸੀ? 2। ਕੀ ਬਾਕੀਆਂ ਵਿੱਚ 2 ਹੈ? ਨਹੀਂ। 45 ਵਿੱਚ 2 ਗੁਣਨਖੰਡ ਨਹੀਂ ਹੈ, ਤਾਂ ਆਪਾਂ 2 ਨੂੰ ਨਹੀਂ ਲਵਾਂਗੇ। ਆਪਾਂ ਤਿੰਨੇ ਸੰਖਿਆਵਾਂ ਦੇ ਵਿੱਚ ਸਾਂਝਾ ਗੁਣਨਖੰਡ ਦੇਖਣਾ ਹੈ। ਉਸ ਤੋਂ ਬਾਅਦ ਦੇਖੋ 3, ਤਿੰਨਾਂ ਸੰਖਿਆਵਾਂ ਦੇ ਵਿੱਚ 3 ਹੈ? ਜੀ ਹਾਂ 3 ਹੈ। ਫਿਰ ਦੇਖੋ ਇੱਕ ਹੋਰ 3 ਹੈ। ਕੀ ਦੋ ਬਾਕੀ ਸੰਖਿਆਵਾਂ ਕੋਲ ਵੀ 2 3 ਜੋੜਾ ਹੈ 3 ਦਾ? ਦੇਖੋ ਇਹਦੇ ਕੋਲ ਵੀ 2 ਹੈ, ਇਹਦੇ ਕੋਲ ਵੀ, ਤਾਂ ਆਪਾਂ ਇੱਕ 3 ਦੀ ਸੰਖਿਆ ਹੋਰ ਲਵਾਂਗੇ। ਫਿਰ ਦੇਖੋ ਇੱਕ ਸੰਖਿਆ ਇੱਥੇ 5 ਹੈ, ਪਰ 5 ਹੋਰ ਕਿਸੇ ਸੰਖਿਆ ਕੋਲ ਨਹੀਂ ਹੈ, ਤਾਂ ਸਾਡੇ ਕੋਲੇ ਸਾਂਝੇ ਗੁਣਨਖੰਡ ਕਿਹੜੇ ਆਏ? 3 ਗੁਣਾ 3। ਤਾਂ ਆਪਾਂ ਇਹ ਉੱਤਰ ਕਿੰਨਾ ਸਾਡੇ ਕੋਲੇ ਆਇਆ? 3 ਤੀਆ 9। ਤਾਂ ਹੋ ਕੇ ਬਰਤਨ ਕਿੰਨਾ ਮਾਪ ਹੋਵੇਗਾ? ਬਰਤਨ ਦਾ 9 ਲੀਟਰ। 9 ਲੀਟਰ ਦਾ ਵੱਡੇ ਤੋਂ ਵੱਡਾ ਬਰਤਨ ਹੋਵੇਗਾ, ਜਿਸ ਨਾਲ ਆਪਾਂ 36, 45 ਤੇ 72 ਲੀਟਰ ਦੇ ਜੋ ਡਰਮ ਹਨ ਉਹ ਪੂਰੇ ਤਰੀਕੇ ਨਾਲ ਮਾਪ ਸਕਦੇ ਹਾਂ। ਸੋ ਬੱਚਿਓ ਅੱਜ ਅਸੀਂ ਐਕਸਰਸਾਈਜ਼ 3.2 ਕੀਤੀ ਹੈ HCF। ਸੋ ਮੈਂ ਉਮੀਦ ਕਰਦਾ ਹਾਂ ਇਹ ਲਾਈਟ ਬੋਰਡ ਦੀ ਵਿਧੀ ਰਾਹੀਂ ਜਿਹੜਾ ਤੁਹਾਨੂੰ ਪੜ੍ਹਾਇਆ ਗਿਆ ਹੈ ਇਹ ਤੁਹਾਨੂੰ ਪਸੰਦ ਆਇਆ ਹੋਵੇਗਾ। ਸੋ ਥੈਂਕਸ ਫॉर ਵਾਚਿੰਗ ਦਿਸ ਵੀਡੀਓ। ਸੋ ਐਜੂਕੇਸੀ ਵੱਲੋਂ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਲਾਈਟ ਬੋਰਡ ਐਜੂਕੇਸ਼ਨ ਆਨਲਾਈਨ ਐਜੂਕੇਸ਼ਨ ਦੇ ਵਿੱਚ ਥੈਂਕ ਯੂ ਸੋ ਮਚ।